ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭ ਦਾਤੋ ਦਾਤਾਰ, ਪਰਿਓ ਜਾਚ ਕਿਕ ਸਰਣਾ। ਮਿਲੈ ਦਾਨ ਸੰਤ ਰੇਣ, ਜੇ ਲਗ ਭਵ ਜਲ ਤਰਣਾ। ਬਿਨਤ ਕਰੋ ਅਰਦਾਸ, ਸੁਨਹੁ ਜੇ ਠਾਕੁਰ ਭਾਵੈ। ਦੇਹੋ ਦਰਸ ਮਨ ਚਾਓ, ਭਗਤ ਹੋ ਮਨ ਠਹਿਰਾਵੈ। ਬਲਿਓ ਚਰਾਗ ਅੰਧਿਆਰ ਮਹਿ, ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਸੁਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਤਿ ਕਉ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਕਤਿ ਕਉ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਵੇ ਮੁਖ ਹੋਏ ਰਾਮ ਤੇ, ਲਗਨ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਵਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਵਿਯੋਗ। ਨਾਨਕ ਕਉ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਕਤਿ ਕਉ ਹੋਵੈ ਸਾਧ ਸੰਗ, ਬਿਨ ਸਹੈ ਸਭੇ ਸੋਚ। ਨਾਨਕ ਕਉ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਕਤਿ ਕਉ ਹੋਵੈ ਸਾਧ ਸੰਗ, ਬਿਨ ਸਹੈ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬੇ ਕਮਾਲ, ਜਾਗਤ ਜੋਤ, ਸਰਬੇ ਕਾਇਨਾਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਗੁਰਤਾ ਗੱਦੀ ਸੁਭਾਇਮਾਨ, ਚਵਰ ਛਤਰ ਤਖਤ ਦੇ ਮਾਲਕ। ਦੀਨਾ ਬੰਧੂ ਭਗਤ ਵਛਲ, ਕਰਨਾ ਨਿਧਾਨ, ਕਲਯੁਗ ਕੇ ਰਾਖੇ। ਪ੍ਰਤੱਖ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ, ਜੋ ਕਿ ਕੁਝ ਸਮਾਂ ਸਤਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜੋ ਕਿ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ, ਜੇ ਉਹ ਇਹ ਸੁਭਾਗਾ ਸਮਾਂ ਸਾਨੂੰ ਪ੍ਰਾਪਤ ਹੋਇਆ ਸਤਸੰਗਤ ਕਰਨ ਦਾ, ਸੋ ਆਓ ਜੋ ਸਤਿਗੁਰ ਪਾਤਸ਼ਾਹ ਜੀ ਕੱਤਕ ਦੇ ਮਹੀਨੇ ਦੇ ਪ੍ਰਥਾਏ ਜੋ ਸਾਨੂੰ ਸਿੱਖਿਆ ਦੇ ਰਹੇ ਹੈ, ਉਸ ਦੇ ਮੁਤਲਕ ਕੁਝ ਵਿਚਾਰਾਂ ਦੀ ਸਾਂਝ ਪਾਉਣਾ ਕਰੀਏ।
ਮਹਾਰਾਜ ਕਿਰਪਾ ਕਰਨ ਸੰਗਰਾਂਦ ਦੇ ਪ੍ਰਥਾएं ਜੋ ਕਿ ਮਹਾਰਾਜ ਸਾਹਿਬ ਜੀ ਨੇ ਬਚਨ ਸਾਨੂੰ ਬਖਸ਼ਿਸ਼ ਕੀਤੇ ਹੈ, ਅਤੇ ਇਹ ਜਿਹੜਾ ਮਹੀਨਾ ਆਰੰਭ ਹੋ ਰਿਹਾ ਹੈ ਉਹ ਹੈ ਕੱਤਕ ਦਾ ਮਹੀਨਾ। ਪਿਛਲਾ ਜਿਹੜਾ ਮਹੀਨਾ ਸਮਾਪਤ ਹੋਇਆ ਹੈ ਉਹ ਹੈ ਅੱਸੂ ਦਾ ਮਹੀਨਾ। ਅੱਸੂ ਦੇ ਮਹੀਨੇ ਦੇ ਆਰੰਭਤਾ ਦੇ ਵਿੱਚ ਜਿੱਥੇ ਮਹੀਨੇ ਦੀ ਆਰੰਭਤਾ ਹੋਈ ਸੀ ਅਤੇ ਉੱਥੇ ਨਾਲ ਹੀ ਇੱਕ ਰੁੱਤ ਦੀ ਵੀ ਆਰੰਭਤਾ ਹੋਈ, ਅਤੇ ਉਹਦੇ ਪ੍ਰਥਾएं ਇਹ ਬਚਨ ਆਉਂਦੇ ਬਾਣੀ ਵਿੱਚ, ਰੁੱਤ ਸਰਦ ਅਡੰਬਰੇ ਅੱਸੂ ਕੱਤਕੇ ਹਰ ਪਿਆਸ ਜੀਓ। 2 ਮਹੀਨਿਆਂ ਦੀ ਇੱਕ ਰੁੱਤ ਹੁੰਦੀ ਹੈ ਗੁਰੂ ਪਿਆਰਿਓ, ਅਤੇ ਜਿਹੜਾ ਪਿਛਲਾ ਮਹੀਨਾ ਲੰਘ ਕੇ ਗਿਆ ਅੱਸੂ ਦੇ ਮਹੀਨੇ ਦੇ ਨਾਲ ਰੁੱਤ ਦੀ ਵੀ ਆਰੰਭ ਹੋਈ, ਉਹ ਹੈ ਸਰਦ ਰੁੱਤ। ਸਰਦ ਰੁੱਤ ਦਾ ਪਹਿਲਾ ਮਹੀਨਾ ਬਤੀਤ ਹੋ ਗਿਆ ਅਤੇ ਦੂਸਰੇ ਦੀ ਆਰੰਭਤਾ ਹੋ ਗਈ ਹੈ। ਮਹੀਨਾ ਤਾਂ ਬਦਲਿਆ ਪਰ ਰੁੱਤ ਉਹੀ ਰਹੇਗੀ। ਰੁੱਤ ਸਰਦ ਅਡੰਬਰੇ ਅੱਸੂ ਕੱਤਕੇ ਹਰ ਪਿਆਸ ਜੀਓ। ਸੋ ਕੱਤਕ ਦਾ ਮਹੀਨਾ ਆਰੰਭ ਹੋ ਰਿਹਾ ਹੈ। ਇਸ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ, ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹਨ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਇਸ ਪ੍ਰਥਾएं ਵਿਚਾਰ ਆਰੰਭ ਕਰਨ ਤੋਂ ਪਹਿਲਾਂ ਦਾਸ ਇੱਕ ਬੇਨਤੀ ਕਰੇ ਕਿ ਜਿੱਥੇ ਬ੍ਰਾਹਮਣ ਨੇ ਪਹਿਲਾਂ ਕੁਝ ਭਰਮ ਭੁਲੇਖੇ ਸਾਡੇ ਸਮਾਜ ਦੇ ਅੰਦਰ ਪਾਏ ਹੋਏ ਸਨ, ਉੱਥੇ ਨਾਲ ਇੱਕ ਇਹ ਵੀ ਭਰਮ ਭੁਲੇਖਾ ਪਾਇਆ ਗਿਆ ਸੀ ਕਿ ਕੱਤਕ ਦੇ ਮਹੀਨੇ ਦੇ ਵਿੱਚ ਔਰ ਪੋਹ ਦੇ ਮਹੀਨੇ ਦੇ ਵਿੱਚ ਜਿਹੜਾ ਵੀ ਬੱਚਾ ਕੋਈ ਜਨਮ ਲੈਂਦਾ ਹੈ ਤਾਂ ਉਹ ਮਾੜਾ ਮੰਨਿਆ ਜਾਏਗਾ। ਇਹ ਭਰਮ ਅਤੇ ਭੁਲੇਖਾ ਪਾਇਆ ਗਿਆ ਸੀ। ਜਿਵੇਂ ਬ੍ਰਾਹਮਣ ਨੇ ਕੋਈ ਥਿੱਤਾਂ, ਕੋਈ ਰੁੱਤਾਂ, ਕੋਈ ਬਨਸਪਤੀ ਦੇ ਵਿੱਚ ਕੋਈ ਪੌਦੇ ਆਦਿਕ, ਕੋਈ ਦਿਨ ਤਿਉਹਾਰ ਆਦਿਕ ਕਿਸੇ ਵੀ ਪ੍ਰਕਾਰ ਕਰਕੇ ਜਿਵੇਂ ਭਰਮ ਅਤੇ ਭੁਲੇਖੇ ਪਾਏ ਗਏ, ਉੱਥੇ ਨਾਲ ਹੀ ਇਹਨਾਂ 2 ਮਹੀਨਿਆਂ 'ਤੇ ਵੀ ਭਰਮ ਪਾਇਆ ਗਿਆ ਕਿ ਦੋਨੇ ਮਹੀਨੇ ਮਾੜੇ ਨੇ, ਇੱਕ ਕੱਤਕ ਦਾ ਮਹੀਨਾ ਅਤੇ ਦੂਸਰਾ ਪੋਹ ਦਾ ਮਹੀਨਾ। ਪਰ ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਐਸੀ ਖੇਡ ਰਚੀ, ਐਸੀ ਕਿਰਪਾ ਕੀਤੀ, ਦੋਨੇ ਮਹੀਨਿਆਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਅਵਤਾਰ ਧਾਰਨ ਕਰਕੇ ਇਹ ਮਹੀਨਿਆਂ ਨੂੰ ਸ਼ੁੱਧ ਬਣਾ ਦਿੱਤਾ। ਭਾਵ ਕਹਿਣ ਦਾ ਹੈ ਕਿ ਜਿਨ੍ਹਾਂ ਨੂੰ ਭਰਮ ਅਤੇ ਭੁਲੇਖਾ ਸੀ ਉਹ ਦੂਰ ਹੋ ਗਿਆ। ਕੱਤਕ ਦੇ ਮਹੀਨੇ ਵਿੱਚ ਸਤਿਗੁਰ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨਾ ਕੀਤਾ ਕੱਤਕ ਦੇ ਮਹੀਨੇ ਦੇ ਵਿੱਚ, ਅਤੇ ਫਿਰ ਕਿਸੇ ਨੂੰ ਇਹ ਭਰਮ ਨਹੀਂ ਰਹਿ ਗਿਆ ਕਿ ਕੱਤਕ ਦਾ ਮਹੀਨਾ ਮਾੜਾ ਹੁੰਦਾ ਹੈ। ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਸੰਸਾਰ ਵਿੱਚ ਪ੍ਰਗਟ ਹੋ ਗਏ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜਿਉ ਕਲ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਇਹ ਕੱਤਕ ਦੇ ਮਹੀਨੇ ਨੂੰ ਮਹਾਰਾਜ ਨੇ ਸਫਲਾ ਕੀਤਾ। ਅਤੇ ਦੂਸਰਾ ਜਿਹੜਾ ਪੋਹ ਦਾ ਮਹੀਨਾ ਗੁਰੂ ਪਿਆਰਿਓ ਬ੍ਰਾਹਮਣ ਵੱਲੋਂ ਮਾੜਾ ਮੰਨਿਆ ਗਿਆ ਸੀ, ਇਹ ਭਰਮ ਅਤੇ ਭੁਲੇਖਾ ਪਾਇਆ ਗਿਆ ਸੀ, ਅਤੇ ਉਸ ਮਹੀਨੇ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਇਸ ਮਹੀਨੇ ਵਿੱਚ ਅਵਤਾਰ ਧਾਰਨਾ ਕੀਤਾ ਅਤੇ ਇਹਨੂੰ ਵੀ ਪਵਿੱਤਰ ਕਰ ਦਿੱਤਾ ਅਤੇ ਸਫਲਾ ਕਰ ਦਿੱਤਾ। ਭਰਮ ਅਤੇ ਭੁਲੇਖਾ ਕਿਸੇ ਨੂੰ ਵੀ ਨਹੀਂ ਰਹਿ ਗਿਆ। ਸੋ ਇਸ ਕਰਕੇ ਜਿਹੜੇ ਭਰਮ ਅਤੇ ਭੁਲੇਖੇ ਜਿਵੇਂ ਕਿਸੇ ਰੁੱਤਾਂ ਦੇ, ਥਿੱਤਾਂ ਦੇ, ਵਾਰਾਂ ਦੇ ਇਤਿਹਾਸਕ ਵੱਖੋ ਵੱਖਰੇ ਭਰਮ ਅਤੇ ਭੁਲੇਖੇ ਪਾਏ ਗਏ, ਅਤੇ ਉਸੇ ਤਰ੍ਹਾਂ ਇਹਨਾਂ ਮਹੀਨਿਆਂ 'ਤੇ ਵੀ ਭੁਲੇਖੇ ਪਾਏ ਗਏ, ਭਰਮ ਪਾਏ ਗਏ, ਅਤੇ ਉਹਨਾਂ ਭਰਮਾਂ ਨੂੰ ਮਹਾਰਾਜ ਸਾਹਿਬ ਜੀ ਨੇ ਆਪ ਆ ਕੇ ਨਿਵਰਤ ਕੀਤਾ। ਸੋ ਆਓ ਕੱਤਕ ਦੇ ਮਹੀਨੇ ਦੇ ਪ੍ਰਥਾएं ਜੋ ਮਹਾਰਾਜ ਸਾਹਿਬ ਜੀ ਸਾਨੂੰ ਸਿੱਖਿਆ ਦੇ ਰਹੇ ਹੈ ਕਿ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕੱਤਕ ਦੇ ਮਹੀਨੇ ਵਿੱਚ ਜਿਹੜੇ ਵੀ ਜੀਵ ਕਰਮ ਕਮਾਉਂਦੇ ਹੈ, ਹੁਣ ਕਰਮ ਜਿਹੜੇ ਹੈ ਗੁਰੂ ਪਿਆਰਿਓ ਕੋਈ ਚੰਗੇ ਕਮਾਉਂਦਾ ਹੈ, ਕੋਈ ਮੰਦੇ ਕਮਾਉਂਦਾ ਹੈ।
ਜੇ ਤਾਂ ਚੰਗੇ ਕਰਮ ਕਮਾ ਰਿਹਾ ਫਿਰ ਉਹਦਾ ਫਲ ਸਰੂਪ ਸੁੱਖਾਂ ਦੀ ਪ੍ਰਾਪਤੀ ਹੈ, ਪਰ ਜੇਕਰ ਕੋਈ ਮੰਦੇ ਕਰਮ ਕਮਾ ਰਿਹਾ ਤਾਂ ਫਿਰ ਉਹਦਾ ਫਲ ਸਰੂਪ ਦੁੱਖਾਂ। ਤੇ ਹੁਣ ਦੁੱਖਾਂ ਦੀ ਪ੍ਰਾਪਤੀ ਹੋ ਜਾਣੀ ਹੈ ਜੇਕਰ ਕਿਸੇ ਨੇ ਮੰਦੇ ਕਰਮ ਕਮਾਏ ਹੈ। ਇਹ ਤਾਂ ਜੱਗ ਜ਼ਾਹਰ ਗੱਲ ਹੈ, ਸਮਾਜ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੇ ਤੈਨੂੰ ਦੁੱਖ ਮਿਲਿਆ ਤਾਂ ਭਾਈ ਤੇਰੇ ਕੀਤੇ ਹੋਏ ਮੰਦੇ ਕਰਮਾਂ ਕਰਕੇ ਹੈ। ਹੁਣ ਮਹਾਰਾਜ ਸਾਹਿਬ ਜੀ ਕਹਿੰਦੇ ਇੱਥੇ ਦੋਸ਼ ਨਾ ਕਾਹੂ ਜੋਗ, ਕਿ ਕਿਸੇ ਨੂੰ ਹੁਣ ਤੇਰਾ ਦੋਸ਼ ਦੇਣਾ ਯੋਗ ਨਹੀਂ ਬਣਦਾ। ਹੁਣ ਕਈ ਵਾਰ ਕੀ ਹੁੰਦਾ ਹੈ, ਜਦੋਂ ਕਿਸੇ ਨੂੰ ਕੋਈ ਦੁੱਖ ਮਿਲ ਗਿਆ ਤਾਂ ਫਿਰ ਕਿਸੇ ਨਾ ਕਿਸੇ ਨੂੰ ਦੋਸ਼ ਦੇਣਾ ਕਿ ਫਲਾਣੇ ਦੇ ਕਰਕੇ ਮੈਨੂੰ ਦੁੱਖ ਮਿਲ ਗਿਆ, ਫਲਾਣੇ ਦੇ ਕਰਕੇ ਮੈਨੂੰ ਦੁੱਖ ਮਿਲ ਗਿਆ। ਜੇ ਕੋਈ ਹੋਰ ਨਾ ਬਸ ਚੱਲੇ ਤਾਂ ਫਿਰ ਅਸੀਂ ਰੱਬ ਨੂੰ ਤਾਂ ਆਪਣੀ ਰੀਕੇ ਲੈ ਹੀ ਲੈਂਦੇ ਹਾਂ ਕਿ ਰੱਬ ਨੇ ਜੀ ਬੜਾ ਮਾੜਾ ਕੀਤਾ, ਮੇਰੇ 'ਤੇ ਗੁਰੂ ਨੇ ਕਿਰਪਾ ਨਹੀਂ ਕੀਤੀ, ਮੈਨੂੰ ਦੁੱਖ ਦੇ ਦਿੱਤੇ ਹੈ। ਅਤੇ ਕਈ ਤਾਂ ਇੱਥੋਂ ਤੱਕ ਵੀ ਗੁਰੂ ਪਿਆਰਿਓ ਕਹਿੰਦੇ ਕੀ ਅਸੀਂ ਰੱਬ ਦੇ ਮਾਂਹ ਮਾਰ ਲਏ ਆ ਜਿਹੜੇ ਸਾਨੂੰ ਦੁੱਖ ਦਿੱਤੇ ਹੈ। ਗੁਰੂ ਪਿਆਰਿਓ, ਦਾਸ ਇੱਕ ਬਚਨ ਹਮੇਸ਼ਾ ਸੰਗਤ ਵਿੱਚ ਕਰਦਾ ਰਹਿੰਦਾ, ਜੰਮਿਆ ਕੌਣ ਹੈ ਜਿਹੜਾ ਰੱਬ ਦੇ ਮਾਂਹ ਮਾਰ ਲਵੇਗਾ। ਕਿਸੇ ਵਿੱਚ ਤਾਕਤ ਨਹੀਂ ਜਿਹੜਾ ਰੱਬ ਨੂੰ ਐਸੀ ਗੱਲਾਂ ਕਰ ਸਕੇ, ਉਹ ਪਰਮੇਸ਼ਰ ਹੈ। ਔਰ ਗੁਰੂ ਨੂੰ ਕਿਸੇ ਨੂੰ ਦੁੱਖ ਦੇਣਾ, ਉਹਨੂੰ ਕੀ ਫਾਇਦਾ ਵੀ ਮੈਂ ਕਿਸੇ ਨੂੰ ਦੁੱਖ ਦੇਵਾਂ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਇਸ ਲਈ ਜੇ ਦੁੱਖ ਮਿਲਿਆ ਤਾਂ ਕੀਤੇ ਹੋਏ ਕਰਮਾਂ ਦੇ ਕਰਕੇ ਹੈ, ਮੰਦੇ ਕਰਮਾਂ ਦਾ ਫਲ ਸਰੂਪ ਦੁੱਖ ਹੈ। ਅਤੇ ਕਹਿੰਦੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ, ਦੋਸ਼ ਨਾ ਕਾਹੂ ਜੋਗ, ਤੇਰਾ ਭਾਈ ਕਿਸੇ ਨੂੰ ਦੋਸ਼ ਦੇਣਾ ਯੋਗ ਗੱਲ ਨਹੀਂ ਹੈ। ਕਿਉਂ? ਕਿਉਂਕਿ ਦੱਦਾ ਦੋਸ਼ ਨਾ ਦੇਹੋ ਕਿਸੈ, ਦੋਸ਼ ਕਰਮਾਂ ਆਪਣਿਆਂ। ਕਹਿੰਦੇ ਕਿਸੇ ਨੂੰ ਦੋਸ਼ ਦੇਣਾ ਵਾਜਬ ਨਹੀਂ, ਸਾਰਾ ਕੁਛ ਤਾਂ ਤੇਰੇ ਆਪਣੇ ਕੀਤੇ ਹੋਏ ਕਰਮਾਂ ਦਾ। ਇਸ ਲਈ ਦੱਦਾ ਦੋਸ਼ ਨਾ ਦੇਹੋ ਕਿਸੈ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਿਸੇ ਦੂਸਰੇ ਨੂੰ ਦੋਸ਼ ਨਹੀਂ ਦੇਣਾ। ਸੁਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੈ ਜਿਨ ਦਾਤੇ ਦੀਏ। ਕਿਸ ਕੋ ਦੋਸ਼ ਦੇਹ ਤੂੰ ਪ੍ਰਾਨੀ, ਸੋ ਆਪਣਾ ਕੀਆ ਕਰਾ ਰਾਹੇ। ਕਹਿੰਦੇ ਐਵੇਂ ਕਿਸੇ ਨੂੰ ਦੋਸ਼ ਨਾ ਦੇ, ਭਲਿਆ ਤੇਰੇ ਆਪਣੇ ਕੀਤੇ ਹੋਏ ਕਰਮਾਂ ਕਰਕੇ ਤੈਨੂੰ ਆਹ ਕੁਛ ਮਿਲਿਆ। ਸੋ ਇਸ ਲਈ ਮਹਾਰਾਜ ਸਾਹਿਬ ਜੀ ਕਹਿੰਦੇ ਦੋਸ਼ ਨਾ ਕਾਹੂ ਜੋਗ, ਕਿਸੇ ਦੂਸਰੇ ਨੂੰ ਕਿਸੇ ਹੋਰ ਨੂੰ ਦੋਸ਼ ਦੇਣਾ ਇਹ ਯੋਗ ਗੱਲ ਨਹੀਂ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਹਿੰਦੇ ਜੇ ਤੂੰ ਆਪਣੇ ਜੀਵਨ ਕਾਲ ਵਿੱਚ ਰਹਿੰਦਿਆਂ ਪਰਮੇਸ਼ਰ ਨੂੰ ਹੀ ਭੁਲਾ ਦਿੱਤਾ, ਰੱਬ ਨੂੰ ਹੀ ਭੁਲਾ ਦਿੱਤਾ, ਆਪਣੇ ਗੁਰੂ ਨੂੰ ਹੀ ਭੁਲਾ ਦਿੱਤਾ, ਅਤੇ ਫਿਰ ਕਹਿੰਦੇ ਵਿਆਪਨ ਸਭੇ ਰੋਗ। ਅਤੇ ਫਿਰ ਪਤਾ ਨਹੀਂ ਕਿਹੋ ਜਿਹੇ ਸਾਰੇ ਪ੍ਰਕਾਰ ਦੇ ਰੋਗ ਤੈਨੂੰ ਵਿਆਪਣਗੇ। ਕਿਉਂ? ਕਿਉਂਕਿ ਤੂੰ ਪਰਮੇਸ਼ਰ ਨੂੰ ਭੁਲਾ ਦਿੱਤਾ। ਜੇਕਰ ਉਹਨੂੰ ਵਿਸਾਰ ਦਿੱਤਾ ਅਤੇ ਫਿਰ ਵਿਸਰਨ ਦੇ ਨਾਲ, ਉਹਨੂੰ ਭੁਲਾਉਣ ਦੇ ਨਾਲ, ਹਰ ਬਿਸਰਤ ਸਦਾ ਖੁਆਰੀ, ਅਤੇ ਫਿਰ ਹਮੇਸ਼ਾ ਫਿਰ ਖਰਾਬੀਆਂ ਹੀ ਹੋਣਗੀਆਂ। ਮਹਾਰਾਜ ਕਹਿੰਦੇ ਕਿਉਂ? ਕਿਉਂਕਿ ਤੂੰ ਉਸ ਪਰਮੇਸ਼ਰ ਨੂੰ ਵਿਸਾਰ ਦਿੱਤਾ। ਜਿੰਨਾ ਚਿਰ ਤੱਕ ਤਾਂ ਤੈਨੂੰ ਦਾਤ ਚਾਹੀਦੀ ਸੀ ਪ੍ਰਭੂ ਤੋਂ, ਓਨਾ ਚਿਰ ਤੱਕ ਤਾਂ ਤੂੰ ਯਾਦ ਕਰਦਾ ਰਿਹਾ, ਅਤੇ ਫਿਰ ਜਦੋਂ ਦਾਤ ਮਿਲ ਗਈ ਅਤੇ ਫਿਰ ਅਕਿਰਤ ਘਣ ਬਣ ਗਿਆ ਅਤੇ ਉਹਨੂੰ ਭੁਲਾ ਦਿੱਤਾ। ਫਿਰ ਦਾਤ ਨੂੰ ਪਿਆਰੀ ਜਾਣ ਲਿਆ ਅਤੇ ਦਾਤੇ ਨੂੰ ਵਿਸਾਰ ਦਿੱਤਾ। ਦਾਤ ਪਿਆਰੀ ਵਿਸਰਿਆ ਦਾਤਾਰਾ। ਇਸ ਲਈ ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਜੇਕਰ ਤੂੰ ਉਸ ਪਰਮੇਸ਼ਰ ਨੂੰ ਹੀ ਭੁਲਾ ਦਿੱਤਾ ਤਾਂ ਵਿਆਪਨ ਸਭੇ ਰੋਗ, ਫਿਰ ਤੈਨੂੰ ਸਾਰੇ ਪ੍ਰਕਾਰ ਦੇ ਰੋਗ ਵਿਆਪਣਗੇ। ਵੇ ਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ। ਜੇ ਭਲਿਆ ਤੂੰ ਉਸ ਪਰਮੇਸ਼ਰ ਤੋਂ, ਆਪਣੇ ਗੁਰਦੇਵ ਤੋਂ ਹੀ ਬੇਮੁਖ ਹੋ ਗਿਆ ਅਤੇ ਫਿਰ ਪਤਾ ਨਹੀਂ ਤੈਨੂੰ ਕਿੰਨੇ ਜਨਮ ਲੱਗ ਜਾਣਗੇ। ਇਹ ਵਿਜੋਗ ਦਾ ਸਾਹਮਣਾ ਕਰਨਾ ਪਏਗਾ। ਵਿਛੋੜੇ ਦੇ ਵਿੱਚ ਹੀ ਸਾਰਾ
ਤੇਰੇ ਪਤਾ ਨਹੀਂ ਕਿਹੜੇ ਕਿਹੜੇ ਜਨਮ ਤੇਰੇ ਵਿਛੋੜੇ ਵਿੱਚ ਹੀ ਲੰਘਣਗੇ। ਜਿਵੇਂ ਮਹਾਰਾਜ ਸਾਹਿਬ ਜੀ ਕਹਿੰਦੇ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਇਹ ਹੈ ਵਿਛੋੜੇ ਦਾ ਜਨਮ। ਕਿ ਕਹਿੰਦੇ ਜੇ ਉਹ ਪ੍ਰਭੂ ਪਰਮੇਸ਼ਰ ਨੂੰ ਭੁਲਾ ਦਿੱਤਾ, ਜੇ ਉਹਦੇ ਤੋਂ ਵੇਮੁਖ ਹੋ ਗਿਆ, ਉਹਦੇ ਤੋਂ ਆਪਣੇ ਆਪ ਨੂੰ ਪਰੇ ਕਰ ਲਿਆ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਫਿਰ ਪਤਾ ਨਹੀਂ ਕਿੰਨੇ ਕੁ ਜਨਮ ਤੈਨੂੰ ਵਿਜੋਗ ਭਾਵ ਵਿਛੋੜੇ ਦੇ ਵਿੱਚ ਲੰਘਾਉਣੇ ਪੈਣਗੇ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਕਹਿੰਦੇ ਫਿਰ ਜਦੋਂ ਤੇਰੇ ਅੰਦਰ ਇਹ ਵਿਜੋਗ ਦਾ ਵਿਛੋੜਾ ਜਿਹੜਾ ਤੇਰਾ ਜਨਮਾਂ ਜਨਮਾਂਤਰਾਂ ਦਾ ਪੈ ਗਿਆ, ਤੇ ਫਿਰ ਕਹਿੰਦੇ ਖਿਨ ਮਹਿ ਕੌੜੇ ਹੋਏ ਗਏ। ਜਿਹੜੇ ਤੂੰ ਆਪਣੇ ਮੋਹ ਮਾਇਆ ਦੇ ਪਦਾਰਥਾਂ ਦੇ ਵਿਸ਼ਿਆਂ ਵਕਾਰਾਂ ਦੇ ਸਭ ਪ੍ਰਕਾਰ ਕਰਕੇ ਜਿਹੜੇ ਕਰਤਵ ਕਰਦਾ ਸੀ, ਜਿਨ੍ਹਾਂ ਨੂੰ ਮਿੱਠੇ ਜਾਣਦਾ ਸੀ, ਤੇ ਕਹਿੰਦੇ ਉਹ ਸਾਰੇ ਇੱਕ ਖਿਨ ਦੇ ਵਿੱਚ ਹੀ ਕੌੜੇ ਹੋ ਗਏ। ਜਿਤੜੇ ਮਾਇਆ ਭੋਗ, ਜਿੰਨੇ ਵੀ ਤੂੰ ਸਾਰੇ ਪ੍ਰਕਾਰ ਦੇ ਭੋਗ ਭੋਗ ਰਿਹਾ ਸੀ, ਤੇ ਸਾਰਿਆਂ ਦੇ ਵਿੱਚ ਤੂੰ ਬੜਾ ਆਪਣਾ ਚਾਅ ਬਣਾ ਰਿਹਾ ਸੀ, ਤੇ ਉਹਨਾਂ ਨੂੰ ਬੜਾ ਮਿੱਠਾ ਕਰਕੇ ਮੰਨ ਰਿਹਾ ਸੀ, ਤੇ ਉਹਨਾਂ ਵਿੱਚੋਂ ਬੜਾ ਆਨੰਦ ਅਨੁਭਵ ਕਰ ਰਿਹਾ ਸੀ। ਤੇ ਕਹਿੰਦੇ ਇੱਕ ਛਿਨ ਦੇ ਵਿੱਚ ਹੀ ਸਾਰੇ ਦੇ ਸਾਰੇ ਕੌੜੇ ਹੋ ਗਏ, ਭਾਵ ਉਹ ਸਾਰੇ ਦੇ ਸਾਰੇ ਤੇਰੇ ਕੋਲੋਂ ਖੁੱਸ ਗਏ, ਚਲੇ ਗਏ ਹਨ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ਼। ਤੇ ਜਦੋਂ ਤੈਨੂੰ ਇਸ ਸੰਸਾਰ ਤੋਂ ਸਾਰੇ ਪਦਾਰਥ ਕੌੜੇ ਹੋਣ ਤੋਂ ਬਾਅਦ ਜਦੋਂ ਤੇਰਾ ਇੱਥੋਂ ਨਿਬੇੜਾ ਹੋ ਕੇ ਤੇ ਤੈਨੂੰ ਪਰਲੋਕ ਵਿੱਚ ਜਾਣਾਂਗੇ ਪਿਆ, ਕਹਿੰਦੇ ਫਿਰ ਵਿੱਚ ਨਾ ਕੋਈ ਕਰ ਸਕੈ। ਉੱਥੇ ਫਿਰ ਤੇਰੀ ਵਿਚੋਲਗੀ ਨਹੀਂ ਕਿਸੇ ਨੇ ਕਰਨੀ। ਉੱਥੇ ਕਿਹਦੇ ਕੋਲ ਰੋਣੇ ਰੋਏਗਾ? ਕਿਸ ਥੈ ਰੋਵਹਿ ਰੋਜ਼, ਰੋਜ਼ ਰੋਜ਼ ਕਿਹਦੇ ਅੱਗੇ ਆਪਣੇ ਰੋਣੇ ਰੋਏਗਾ? ਫਿਰ ਤੇਰੀ ਕਿਸੇ ਨੇ ਸੁਣਨੀ ਨਹੀਂ ਹੈ। ਇੱਥੇ ਉੱਥੇ ਜੀਓ ਨਵੇਂ, ਉੱਥੇ ਤਾਂ ਨਵਿਆਂ ਦੇ ਨਾਲ ਵਾਹ ਪੈਣਾ, ਤੇ ਉੱਥੇ ਹੋਰ ਤੇਰਾ ਕਿਸੇ ਨੇ ਵੀ ਸਾਥ ਨਹੀਂ ਦੇਣਾ। ਭਾਵੇਂ ਜਿੰਨਾ ਮਰਜ਼ੀ ਉੱਥੇ ਰੋਈ ਜਾਈ, ਕੁਰਲਾਈ ਜਾਈ, ਅੱਗੇ ਜੀਓ ਨਵੇਂ, ਉੱਥੇ ਤਾਂ ਤੇਰਾ ਨਵਿਆਂ ਦੇ ਨਾਲ ਵਾਹ ਪੈਣਾ। ਇਸ ਲਈ ਵਿੱਚ ਨਾ ਕੋਈ ਕਰ ਸਕੈ, ਤੇਰੀ ਉੱਥੇ ਵਿਚੋਲਗੀ ਨਹੀਂ ਕਿਸੇ ਨੇ ਕਰਨੀ। ਕਿਸ ਥੈ ਰੋਵਹਿ ਰੋਜ਼, ਐਵੇਂ ਰੋਜ਼ ਰੋਜ਼ ਕਿਹਦੇ ਕੋਲ ਰੋਣਾ ਪਰਤਣਾ ਕਰੇਗਾ। ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ, ਤੇਰਾ ਕੀਤਾ ਹੋਇਆ ਫਿਰ ਕੁਛ ਵੀ ਨਹੀਂ ਹੋਣਾ। ਕਿਉਂ? ਕਿਉਂਕਿ ਤੇਰੇ ਕਰਮਾਂ ਕਰਕੇ ਤੇਰੇ ਸੰਜੋਗ ਤੇ ਵਿਜੋਗ ਧੁਰੋਂ ਹੀ ਲਿਖੇ ਗਏ। ਸੰਜੋਗ ਵਿਜੋਗ ਧੁਰੋਂ ਹੀ ਹੋਆ, ਕਿਉਂਕਿ ਇਹ ਜਿਹੜੇ ਸੰਜੋਗ ਤੇ ਵਿਜੋਗ ਨੇ ਧੁਰਾਂ ਤੋਂ ਹੀ ਫਿਰ ਬਣ ਕੇ ਆਉਂਦੇ ਤੇਰੇ ਕੀਤੇ ਹੋਏ ਕਰਮਾਂ ਦੇ ਕਰਕੇ। ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲੇਖੈ ਆਵਹਿ ਭਾਗ। ਇਸ ਲਈ ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਕੀਤਾ ਕਿਛੂ ਨਾ ਹੋਵੇ, ਤੇਰਾ ਫਿਰ ਕੀਤਾ ਹੋਇਆ ਕੁਝ ਨਹੀਂ ਹੋਣਾ। ਲਿਖਿਆ ਧੁਰ ਸੰਜੋਗ, ਤੇ ਜੇ ਤਾਂ ਤੇਰੇ ਚੰਗੇ ਕਰਮਾਂ ਦੀ ਪ੍ਰਬਲਤਾ ਹੋ ਗਈ ਫਿਰ ਤਾਂ ਤੇਰਾ ਸੰਜੋਗ ਹੋ ਗਿਆ। ਜੇ ਤੇਰੇ ਮੰਦੇ ਕਰਮ ਉਦੇ ਹੋ ਗਏ ਤੇ ਫਿਰ ਤੇਰਾ ਵਿਜੋਗ ਤੇ ਵਿਛੋੜਾ ਹੋ ਗਿਆ। ਇਸ ਲਈ ਤੇਰੇ ਕੀਤੇ ਹੋਏ ਕਰਮਾਂ ਦੇ ਕਰਕੇ ਸੰਜੋਗ ਤੇ ਵਿਜੋਗ ਇਹ ਫਿਰ ਧੁਰਾਂ ਤੋਂ ਹੀ ਲੇਖਾ ਲਿਖਿਆ ਗਿਆ। ਇਸ ਲਈ ਤੇਰਾ ਕੀਤਾ ਹੋਇਆ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਕੁਝ ਨਹੀਂ ਹੋਣਾ। ਤੇ ਲਿਖਿਆ ਧੁਰ ਸੰਜੋਗ, ਜਿਹੜੇ ਤੇਰੇ ਧੁਰਾਂ ਤੋਂ ਹੀ ਸੰਜੋਗ ਲਿਖੇ ਗਏ, ਸੰਜੋਗ ਤੇ ਵਿਜੋਗ ਉਹ ਧੁਰਾਂ ਤੋਂ ਹੀ ਤੇਰੇ ਉਸ ਪ੍ਰਕਾਰ ਹੀ ਚੱਲਣਗੇ। ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰ ਹੈ ਸਭ ਬਿਯੋਗ। ਕਹਿੰਦੇ ਜਦੋਂ ਵੱਡੇ ਭਾਗ ਤੇਰੇ ਵਡਮੁੱਲੇ ਭਾਗ ਜਾਗ ਪਏ ਤੇ ਫਿਰ ਕਹਿੰਦੇ ਵਡ ਭਾਗੀ ਮੇਰਾ ਪ੍ਰਭ ਮਿਲੈ, ਤੇ ਫਿਰ ਕਹਿੰਦੇ ਮੇਰਾ ਸਤਿਗੁਰੂ ਮੇਰਾ ਪਰਮੇਸ਼ਰ ਉਹ ਪ੍ਰਭੂ ਜਦੋਂ ਵੱਡਿਆਂ ਭਾਗਾਂ ਕਰਕੇ ਮਿਲ ਪਿਆ, ਮਿਲਾਪ ਹੋ ਗਿਆ ਉਹਦੇ ਨਾਲ, ਤਾਂ ਫਿਰ ਉਤਰ ਹੈ ਸਭ ਵਿਯੋਗ। ਸਾਰੇ ਪ੍ਰਕਾਰ ਦੇ ਵਿਯੋਗ ਜਿਹੜੇ ਸੀ, ਵਿਛੋੜੇ ਜਿਹੜੇ ਸੀ, ਉਹ ਉਤਰ ਜਾਣਗੇ। ਇਹ ਚੰਗੇ ਕਰਮਾਂ ਦੇ ਉਦੇ ਹੋਣ ਦੇ ਨਾਲ ਤੈਨੂੰ ਵੱਡਿਆਂ ਭਾਗਾਂ ਦੇ ਨਾਲ ਤੇਰਾ ਪ੍ਰਭੂ ਦੇ ਨਾਲ ਮਿਲਾਪ ਹੋਵੇਗਾ। ਤੇ ਜੇ ਤੇਰਾ ਮਿਲਾਪ ਹੋ ਗਿਆ ਤਾਂ ਉਤਰੇ ਸਭ ਵਿਯੋਗ,
ਤੇ ਸਾਰੇ ਪ੍ਰਕਾਰ ਦੇ ਤੇਰੇ ਜਿਹੜੇ ਵਿਯੋਗ ਵਿਛੋੜੇ ਐ ਉਹ ਫਿਰ ਉਤਰ ਜਾਣਗੇ। ਨਾਨਕ ਕਉ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ। ਸਤਿਗੁਰ ਪਾਤਸ਼ਾਹ ਜੀ ਫਰਮਾਨ ਕਰਦੇ ਹੈ ਕਿ ਪ੍ਰਭੂ ਤੂੰ ਹੀ ਰੱਖਣ ਵਾਲਾ ਹੈ। ਹੇ ਮੇਰੇ ਸਾਹਿਬ ਤੂੰ ਬੰਦੀ ਖਾਨੇ ਤੋਂ ਮੋਚ ਕੀਏ ਬਚਾਉਣ ਵਾਲਾ ਹੈ, ਛਡਾਉਣ ਵਾਲਾ ਹੈ। ਪ੍ਰਭ ਰਾਖ ਲੇਹ ਕਿਉਂਕਿ ਰੱਖਣ ਵਾਲਾ ਤੂੰ ਹੀ ਹੈ। ਰੱਖੇ ਰਖਣਹਾਰ ਆਪ ਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਨ। ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਕਿਉਂਕਿ ਰੱਖਿਆ ਕਰਨ ਵਾਲਾ ਤੂੰ ਹੀ ਹੈ। ਸੋ ਇਸ ਕਰਕੇ ਕਹਿੰਦੇ ਹੇ ਮੇਰੇ ਪ੍ਰਭੂ ਜੀ ਨਾਨਕ ਕੋ ਪ੍ਰਭ ਰਾਖ ਲੇਹ, ਮੈਨੂੰ ਦਾਸ ਨੂੰ ਕਹਿੰਦੇ ਆਪਣਾ ਜਾਣ ਕੇ ਰੱਖ ਲਿਓ ਕਿਉਂਕਿ ਮੈਨੂੰ ਪਤਾ ਹੈ ਕਿ ਮੇਰੇ ਸਾਹਿਬ ਬੰਦੀ ਮੋਚ। ਹੇ ਤੂੰ ਮੇਰੇ ਸਾਹਿਬ ਜੀ ਬੰਦੀ ਖਾਨਿਆਂ ਤੋਂ ਸਾਨੂੰ ਮੋਚ ਕੀਏ ਬਚਾਉਣ ਵਾਲਾ ਤੂੰ ਹੀ ਹੈ ਤੇ ਤੂੰ ਹੀ ਸਾਨੂੰ ਛਡਾ ਸਕਦਾ ਹੈ। ਕਦ ਤੱਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ। ਤੇ ਅਖੀਰਲੀ ਪੰਕਤੀ ਵਿੱਚ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹੈ ਕੱਤਕ ਦੇ ਮਹੀਨੇ ਦੇ ਪ੍ਰਥਾਏ ਅਖੀਰਲੀ ਪੰਕਤੀ ਵਿੱਚ ਕਿ ਕੱਤਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ। ਤੇ ਕੱਤਕ ਦੇ ਮਹੀਨੇ ਦੇ ਵਿੱਚ ਜੇ ਤੈਨੂੰ ਸਾਧ ਸੰਗਤ ਹੋ ਜਾਏ, ਜੇ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਏ ਤੇ ਫਿਰ ਜਿਹੜੇ ਸਤਸੰਗਤ ਕਰਨ ਵਾਲੇ ਹੈ ਸਤਸੰਗੀ ਜਨ ਨੇ ਤੇ ਉਹਨਾਂ ਦੇ ਬਿਨ ਸਹਿ ਸਭੇ ਸੋਚ, ਸਾਰੇ ਪ੍ਰਕਾਰ ਦੀਆਂ ਉਹਨਾਂ ਦੀਆਂ ਸੋਚਾਂ, ਉਹਨਾਂ ਦੀਆਂ ਫਿਕਰਾਂ, ਉਹਨਾਂ ਦੀਆਂ ਚਿੰਤਾਵਾਂ, ਉਹਨਾਂ ਦੇ ਡਰ, ਉਹਨਾਂ ਦੇ ਝੋਰੇ ਤੇ ਫਿਰ ਕਹਿੰਦੇ ਸਾਰੇ ਦੇ ਸਾਰੇ ਉਹਨਾਂ ਦੇ ਬਿਨਸ ਕੀਏ ਬਿਨਸ ਜਾਣਗੇ, ਭਾਵ ਜੜੋਂ ਹੀ ਖਤਮ ਹੋ ਜਾਣਗੇ ਤੇ ਉਹਨਾਂ ਦੀ ਪ੍ਰਾਪਤੀ ਪਰਮੇਸ਼ਰ ਦੇ ਨਾਲ ਮਿਲਾਪ ਤੇ ਸਦੀਵ ਕਾਲ ਵਾਸਤੇ ਹੋ ਜਾਏਗਾ ਕਿਉਂਕਿ ਉਹਨਾਂ ਨੇ ਕੱਤਕ ਦੇ ਮਹੀਨੇ ਵਿੱਚ ਸਾਧ ਸੰਗਤ ਕੀਤੀ ਹੈ। ਸੋ ਕਹਿਣ ਤੋਂ ਭਾਵ ਗੁਰੂ ਪਿਆਰਿਓ ਕੱਤਕ ਦੇ ਮਹੀਨੇ ਵਿੱਚ ਸਤਿਗੁਰ ਪਾਤਸ਼ਾਹ ਜੀ ਨੇ ਇਹ ਫਰਮਾਨ ਕੀਤਾ ਹੈ ਕਿ ਸਾਧ ਸੰਗਤ ਵਿੱਚ ਜੁੜੋ, ਸਤਸੰਗਤ ਕਰੋ, ਬਾਣੀ ਪੜ੍ਹੋ, ਸੇਵਾ ਕਰੋ, ਸਿਮਰਨ ਕਰੋ। ਇਹ ਸਾਧ ਸੰਗਤ ਵਿੱਚੋਂ ਹੀ ਸਾਰੀਆਂ ਪ੍ਰਾਪਤੀਆਂ ਹੁੰਦੀਆਂ ਨੇ ਤੇ ਸਤਿਗੁਰ ਪਾਤਸ਼ਾਹ ਕਿਰਪਾ ਕਰਨ। ਅਖੀਰ ਦੇ ਵਿੱਚ ਦਾਸ ਇੱਕ ਬੇਨਤੀ ਕਰੇ ਕਿ ਕੱਤਕ ਦਾ ਮਹੀਨਾ ਸਮਝਣਾ ਹੈ ਇਹ ਮਨੁੱਖਾ ਸਰੀਰ। ਕਿਉਂ? ਕਿਉਂਕਿ ਮਨੁੱਖਾ ਸਰੀਰ ਦੇ ਵਿੱਚ ਹੀ ਇਹ ਕਰਤੱਵ ਕਰਨ ਵਾਸਤੇ ਮਹਾਰਾਜ ਨੇ ਕਿਹਾ। ਜੇ ਆਪਾਂ ਮਹੀਨੇ ਦੀ ਗੱਲ ਕਰੀਏ ਕੱਤਕ ਦਾ ਮਹੀਨਾ ਤਾਂ ਸਾਲ ਬਾਅਦ ਫੇਰ ਆ ਜਾਏਗਾ, ਪਰ ਇਹ ਮਨੁੱਖਾ ਸਰੀਰ ਇਹਨੇ ਵਾਰ-ਵਾਰ ਨਹੀਂ ਆਉਣਾ। ਇਸ ਲਈ ਕੱਤਕ ਦਾ ਮਹੀਨਾ ਸਮਝਣਾ ਹੈ ਮਨੁੱਖਾ ਸਰੀਰ। ਤੇ ਫਿਰ ਮਨੁੱਖਾ ਸਰੀਰ ਰੂਪੀ ਕੱਤਕ ਦੇ ਮਹੀਨੇ ਵਿੱਚ ਕਰਨਾ ਕੀ ਹੈ ਜੋ ਮਹਾਰਾਜ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ। ਤੇ ਸਤਿਗੁਰ ਪਾਤਸ਼ਾਹ ਕਿਰਪਾ ਕਰਨ। ਆਓ ਵਿਚਾਰਾਂ ਕਰਦਿਆਂ ਕੋਲੋਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅਣਜਾਣ ਬੱਚੇ ਸਮਝ ਕੇ ਖਿਮਾ ਕਰਨੀ, ਅੱਗੇ ਵਾਸਤੇ ਸਮਤ ਬਖਸ਼ਣੀ, ਸ਼ੁੱਧ ਸਪਸ਼ਟ ਬਾਣੀ ਪੜ੍ਹਨ ਸੁਣ ਵਿਚਾਰ ਕਰਨ ਦੇ ਬਲ ਅਤੇ ਬੋਧ ਬਖਸ਼ਿਸ਼ ਕਰਨਾ। ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਆਓ ਤੇ ਜਿੱਥੇ ਸਤਿਗੁਰ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ ਪਿਛਲਾ ਮਹੀਨਾ ਬੜਾ ਸੁੱਖਾਂ ਦਾ ਬਤੀਤ ਹੋਇਆ ਤੇ ਮਹਾਰਾਜ ਕਿਰਪਾ ਕਰਨ ਤੇ ਅਗਲਾ ਮਹੀਨਾ ਜਿਹੜਾ ਕੱਤਕ ਦਾ ਆਰੰਭ ਹੋਇਆ ਇਹ ਵੀ ਸਭਨਾਂ ਦਾ ਸੁੱਖਾਂ ਭਰਿਆ ਬਾਣੀ ਦੇ ਨਾਲ ਸੇਵਾ ਸਿਮਰਨ ਦੇ ਨਾਲ। ਇਹ ਬੇਨਤੀਆਂ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਿ ਸਤਿਗੁਰੂ ਜੀ ਸੇਵਾ ਸਿਮਰਨ ਦੇ ਨਾਲ, ਨਾਮ ਦੇ ਨਾਲ, ਸਤਸੰਗਤ ਕਰਦਿਆਂ ਕਰਦਿਆਂ ਬਤੀਤ ਹੋਵੇ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਓ ਅੰਤਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਨਾਨਕ ਕਉ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ। ਕੱਤਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਨਿਤਨੇਮ ਅੰਮ੍ਰਿਤਮਈ ਬਾਣੀ ਕਥਾ ਕੀਰਤਨ ਢਾਡੀ ਵਾਰਾਂ ਸਰਵਣ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਗਲੋਬਲ ਗੁਰਬਾਣੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।